ਨਾ ਹੈਲੋ ਸਟੂਡੈਂਟਸ, ਅੱਜ ਅਸੀਂ ਨੈਕਸਟ ਟੌਪਿਕ ਸ਼ੁਰੂ ਕਰਾਂਗੇ। ਉਸ ਦਿਨ ਅਸੀਂ ਲਾਸਟ ਲੈਕਚਰ ਦੇ ਵਿੱਚ ਆਈ ਹੈਵ ਟੋਲਡ ਯੂ ਅਬਾਊਟ ਦ ਨਿਊਟਨਸ ਫਸਟ ਲਾਅ ਕਿ ਵਾਟ ਇਜ਼ ਨਿਊਟਨ ਫਸਟ ਲਾਅ ਐਂਡ ਵੀ ਹੈਵ ਆਲਸੋ ਟਾਕਡ ਅਬਾਊਟ ਦ ਇਨਰਸ਼ੀਆ, ਅਤੇ ਅਸੀਂ ਇਨਰਸ਼ੀਆ ਬਾਰੇ ਵੀ ਗੱਲ ਕੀਤੀ ਸੀ। ਅਤੇ ਅੱਜ ਅਸੀਂ ਕਰਾਂਗੇ ਹੁਣ ਇਸ ਦਾ ਨੈਕਸਟ ਟੌਪਿਕ ਦੈਟ ਇਜ਼ ਦ ਨਿਊਟਨਸ ਸੈਕਿੰਡ ਲਾਅ। ਵਾਟ ਇਜ਼ ਨਿਊਟਨ ਸੈਕਿੰਡ ਲਾਅ? ਕਿ ਨਿਊਟਨ ਨੇ ਸੈਕਿੰਡ ਲਾਅ ਆਫ ਮੋਸ਼ਨ ਕੀ ਦਿੱਤਾ ਸੀ। ਸੈਕਿੰਡ ਲਾਅ। ਨਾਓ ਵਾਟ ਇਜ਼ ਨਿਊਟਨ ਸੈਕਿੰਡ ਲਾਅ? ਨਿਊਟਨ ਸੈਕਿੰਡ ਲਾਅ ਕੀ ਹੈ? ਨਾ ਨਿਊਟਨ ਸੈਕਿੰਡ ਲਾਅ, ਜਿਵੇਂ ਫਸਟ ਲਾਅ ਦੈਟ ਡਿਫਾਈਨਸ ਦਾ ਫੋਰਸ, ਜਿਹੜਾ ਨਿਊਟਨ ਫਸਟ ਲਾਅ ਸੀ ਉਹ ਸਾਨੂੰ ਫੋਰਸ ਦੀ ਡੈਫੀਨੇਸ਼ਨ ਦਿੰਦਾ ਸੀ, ਬਟ ਨਿਊਟਨ ਸੈਕਿੰਡ ਲਾਅ ਦੈਟ ਟੈਲ ਅਸ ਹਾਊ ਟੂ ਮੈਜ਼ਰ ਦਾ ਫੋਰਸ, ਕਿ ਅਸੀਂ ਫੋਰਸ ਨੂੰ ਮੈਜ਼ਰ ਕਿਵੇਂ ਕਰ ਸਕਦੇ ਹਾਂ। ਹਾਊ ਟੂ ਮੈਜ਼ਰ ਦਾ ਫੋਰਸ, ਕਿ ਅਸੀਂ ਫੋਰਸ ਨੂੰ ਮੈਜ਼ਰ ਕਰ ਸਕਦੇ ਹਾਂ। ਨਾਓ ਨਿਊਟਨ ਸੈਕਿੰਡ ਲਾਅ ਦੈਟ ਇਜ਼ ਦ ਰੀਅਲ ਲਾਅ ਆਫ ਮੋਸ਼ਨ। ਸੋ ਇਹਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਨਿਊਟਨ ਸੈਕਿੰਡ ਲਾਅ ਜਿਹੜਾ ਹੈ ਉਹ ਮੋਸ਼ਨ ਦਾ ਰੀਅਲ ਲਾਅ ਹੈ। ਅਤੇ ਜਿਹੜਾ ਫਸਟ ਲਾਅ ਅਤੇ ਸੈਕਿੰਡ ਲਾਅ ਹੈ, ਫਸਟ ਲਾਅ ਐਂਡ ਦ ਥਰਡ ਲਾਅ ਦੇ ਬੋਥ ਆਰ ਕੰਟੇਨਡ ਇਨ ਦ ਸੈਕਿੰਡ ਲਾਅ। ਫਸਟ ਲਾਅ ਵੀ ਅਤੇ ਥਰਡ ਲਾਅ ਵੀ ਦੋਨੋਂ ਸੈਕਿੰਡ ਲਾਅ ਦੇ ਵਿੱਚੋਂ ਹੀ ਨਿਕਲਦੇ ਹੈ। ਤਾਂ ਵਟ ਇਜ਼ ਦ ਨਿਊਟਨ ਸੈਕਿੰਡ ਲਾਅ? ਨਿਊਟਨ ਸੈਕਿੰਡ ਲਾਅ ਹੈ ਕੀ ਹੈ? ਨਿਊਟਨ ਸੈਕਿੰਡ ਲਾਅ ਸਟੇਟਸ ਐਟ ਦ ਰੇਟ ਆਫ ਚੇਂਜ ਆਫ, ਸੋ ਇਟ ਇਜ਼ ਦ ਰੇਟ ਆਫ ਚੇਂਜ ਆਫ ਮੋਮੈਂਟਮ, change of momentum, rate of change of momentum of a body is directly proportional to the external force applied on the body, is directly proportional to the external force applied on the body, and the change occur in the direction of force। ਅਤੇ ਜਿਹੜਾ ਚੇਂਜ ਹੁੰਦਾ ਹੈ ਉਹ ਫੋਰਸ ਦੀ ਡਾਇਰੈਕਸ਼ਨ ਦੇ ਵਿੱਚ ਹੀ ਹੁੰਦਾ ਹੈ। ਨਾਓ ਆਈ ਹੈਵ ਆਲਰੇਡੀ ਟੋਲਡ ਯੂ ਦੈਟ ਮੋਮੈਂਟਮ ਜਿਹੜਾ ਹੈ ਦੈਟ ਇਜ਼ ਇਕੁਅਲਸ ਟੂ ਮਾਸ ਇਨਟੂ ਵੈਲੋਸਿਟੀ ਦੇ ਬਰਾਬਰ ਹੁੰਦਾ ਹੈ। ਨਾਓ ਜਦੋਂ ਕੋਈ ਵੀ ਬੋਡੀ, ਕਿਸੇ ਵੀ ਬੋਡੀ ਇਹ ਪੋਜੀਸ਼ਨ 'ਤੇ ਹੈ, ਮੰਨ ਲਓ ਹੇਅਰ ਇਟ ਇਜ਼ ਐਟ ਰੈਸਟ ਪੋਜੀਸ਼ਨ, ਅਤੇ ਇਹਦੀ ਵੈਲੋਸਿਟੀ ਕਿੰਨੀ ਹੋਏਗੀ? ਦੈਟ ਇਜ਼ 0, ਅਤੇ ਇਹਦਾ ਮਾਸ ਕਿੰਨਾ ਹੈ? ਦੈਟ ਇਜ਼ ਇਕੁਅਲਸ ਟੂ m, ਅਤੇ ਇਸ ਟਾਈਮ ਇਹਦਾ ਮੋਮੈਂਟਮ ਕਿੰਨਾ ਹੋਏਗਾ? p1 ਦੈਟ ਇਜ਼ ਇਕੁਅਲਸ ਟੂ mu, ਦੈਟ ਇਜ਼ ਦਾ 0 ਦੇ ਬਰਾਬਰ। ਲੇਕਿਨ ਜਦੋਂ ਵੈਲੋਸਿਟੀ ਦੇ ਉੱਪਰ, ਬੋਡੀ ਦੇ ਉੱਪਰ ਅਸੀਂ ਫੋਰਸ ਲਗਾਵਾਂਗੇ F ਫੋਰਸ, ਵੀ ਹੈਵ ਅਪਲਾਈਡ ਐਫ ਫੋਰਸ, ਅਤੇ ਐਫ ਫੋਰਸ ਇਸ ਬੋਡੀ ਦੇ ਅਨਰਸ਼ੀਆ ਤੋਂ ਜ਼ਿਆਦਾ ਲਗਾਵਾਂਗੇ ਤਦ ਹੀ ਇਹ ਬੋਡੀ ਮੂਵ ਕਰੇਗੀ, ਨਹੀਂ ਤਾਂ ਨਹੀਂ ਕਰੇਗੀ। ਸੋ ਬੋਡੀ ਵਿਲ ਓਨਲੀ ਮੂਵ ਇਫ ਵੀ ਅਪਲਾਈਜ਼ ਦਾ ਫੋਰਸ ਮੋਰ ਦੈਨ ਦਾ ਇਨਰਸ਼ੀਆ। ਅਗਰ ਇਨਰਸ਼ੀਆ ਦੇ ਬਰਾਬਰ ਫੋਰਸ ਲਗਾਵਾਂਗੇ ਉਹ ਜਸਟ ਬੋਡੀ ਨੂੰ ਹਲਕੀ ਜਿਹੀ ਮੂਵਮੈਂਟ ਦੇਗਾ, ਅਤੇ ਜਦੋਂ ਸਾਡਾ ਫੋਰਸ ਇਸ ਇਨਰਸ਼ੀਆ ਤੋਂ ਮਾੜਾ ਜਿਹਾ ਉੱਪਰ ਹੋਏਗਾ ਬੋਡੀ ਦੀ ਮੂਵਮੈਂਟ ਸ਼ੁਰੂ ਹੋ ਜਾਏਗੀ। ਮਤਲਬ ਅਗਰ ਕੋਈ ਸਾਡੇ ਕੋਲ ਹੈਵੀ ਚੀਜ਼ ਹੈ, ਹੈਵੀ ਸਟੋਨ ਹੈ, ਔਰ ਇੱਕ ਪਾਸੇ ਸਾਡੇ ਕੋਲ ਲਾਈਟ ਕੋਈ ਚੀਜ਼ ਹੈ, ਨਾ ਲਾਈਟ ਚੀਜ਼ ਦੇ ਅਗਰ ਫੋਰਸ ਐਫ ਲਗਾਉਂਦੇ ਹਾਂ ਉਹ ਮੂਵ ਕਰ ਜਾਂਦੀ ਹੈ, ਲੇਕਿਨ ਹੈਵੀ ਚੀਜ਼ ਦੇ ਉੱਪਰ, ਸਟੋਨ ਦੇ ਉੱਪਰ ਅਗਰ ਤੁਸੀਂ ਐਫ ਫੋਰਸ ਲਗਾਓ ਇਟ ਵੋਂਟ ਮੂਵ, ਕਿਉਂਕਿ ਇਹਦਾ ਇਨਰਸ਼ੀਆ ਜ਼ਿਆਦਾ ਹੈ, ਅਤੇ ਸਾਨੂੰ ਜਿਹੜਾ ਫੋਰਸ ਹੈ ਇਹਦੇ ਇਨਰਸ਼ੀਆ ਤੋਂ ਜ਼ਿਆਦਾ ਲਗਾਉਣਾ ਪਏਗਾ ਤਦ ਹੀ ਅਸੀਂ ਉਸ ਬੋਡੀ ਨੂੰ ਮੂਵ ਕਰ ਸਕਾਂਗੇ। Now we have applied a force on it, ਜਿਹਦੇ ਕਾਰਨ ਇਹਦੀ ਮੂਵਮੈਂਟ ਹੋਈ ਐਂਡ ਦਾ ਬੋਡੀ ਮੂਵ ਫਰੋਮ ਦਿਸ ਪੋਜੀਸ਼ਨ A ਟੂ ਇਹ ਪੋਜੀਸ਼ਨ B ਆ ਗਈ, ਅਤੇ B ਪੋਜੀਸ਼ਨ 'ਤੇ ਇਹਦੀ ਵੈਲੋਸਿਟੀ ਕਿੰਨੀ ਹੈ? ਦੈਟ ਇਜ਼ V, ਅਤੇ ਇਹਦਾ ਮਾਸ ਕਿੰਨਾ ਹੈ? M, ਅਤੇ ਇਸ ਜਗ੍ਹਾ 'ਤੇ ਇਹਦਾ ਮੋਮੈਂਟਮ P2 ਕਿਹਦੇ ਬਰਾਬਰ ਹੋ ਜਾਏਗਾ? mv। ਨਾਓ ਦਿਸ ਇਜ਼ ਦਾ ਚੇਂਜ ਇਨ ਦਾ ਮੋਮੈਂਟਮ। ਪਹਿਲਾ ਮੋਮੈਂਟਮ ਸੀ mu, ਬਾਅਦ ਵਿੱਚ ਮੋਮੈਂਟਮ ਹੋ ਗਿਆ mv। ਸੋ ਚੇਂਜ ਇਨ ਮੋਮੈਂਟਮ that is dp that is equals to p2 minus p1 ਦੇ ਬਰਾਬਰ ਹੋ ਗਿਆ। ਦਿਸ ਇਜ਼ ਚੇਂਜ ਇਨ ਮੋਮੈਂਟਮ। ਅਤੇ ਰੇਟ ਆਫ ਚੇਂਜ ਆਫ ਮੋਮੈਂਟਮ ਮਤਲਬ ਟਾਈਮ ਦੇ ਨਾਲ ਮੋਮੈਂਟਮ ਕਿੰਨਾ ਚੇਂਜ ਹੋ ਰਿਹਾ ਹੈ। ਇੱਥੇ ਟਾਈਮ ਸੀ t ਇਜ਼ ਇਕੁਅਲਸ ਟੂ 0, ਇੱਥੇ ਟਾਈਮ ਹੈ t ਇਜ਼ ਇਕੁਅਲਸ ਟੂ t। ਜਦੋਂ ਬੋਡੀ ਦੇ ਉੱਪਰ ਫੋਰਸ ਲੱਗਿਆ ਅਤੇ
ਇਨੀਸ਼ੀਅਲ ਵੈਲੋਸਿਟੀ ਸੀ ਉਹਦੀ 0 ਅਤੇ ਉਹਦਾ ਮਾਸ ਹੈ m, ਅਤੇ A ਪੁਆਇੰਟ 'ਤੇ ਉਹਦਾ ਮੋਮੈਂਟਮ ਹੈ mu, ਬਟ ਵੈਨ ਇਟ ਰੀਚਿਸ ਦ B ਪੁਆਇੰਟ, ਅਤੇ ਜਦੋਂ ਬੋਡੀ B ਪੁਆਇੰਟ 'ਤੇ ਪਹੁੰਚੀ ਅਤੇ ਟਾਈਮ ਹੋ ਗਿਆ t, ਮਾਸ m ਹੀ ਹੈ ਅਤੇ ਵੈਲੋਸਿਟੀ ਉਹਦੀ ਹੋਗੀ v, ਅਤੇ ਓਬਵੀਅਸਲੀ ਉਹਦਾ ਮੋਮੈਂਟਮ ਚੇਂਜ ਕਰ ਜਾਏਗਾ। ਸੋ dp/dt ਦੈਟ ਇਜ਼ ਦ ਰੇਟ ਆਫ ਚੇਂਜ ਆਫ ਮੋਮੈਂਟਮ, ਕਿ ਜਦੋਂ ਅਸੀਂ ਫੋਰਸ F ਲਗਾਉਂਦੇ ਹਾਂ ਅਤੇ ਉਹਦੇ ਵਿੱਚ ਕਿੰਨਾ ਮੋਮੈਂਟਮ ਚੇਂਜ ਹੁੰਦਾ ਹੈ ਜਦੋਂ ਉਹ ਆਪਣੀ ਪੋਜੀਸ਼ਨ ਚੇਂਜ ਕਰਦੀ ਹੈ। ਫੋਰਸ ਲਗਾਉਣ ਨਾਲ ਬੋਡੀ ਆਪਣੀ ਪੋਜੀਸ਼ਨ ਚੇਂਜ ਕਰਦੀ ਹੈ, ਔਰ ਉਹ ਪੋਜੀਸ਼ਨ ਚੇਂਜ ਕਰਨ ਨਾਲ ਉਹਦਾ ਮੋਮੈਂਟਮ ਵੀ ਚੇਂਜ ਹੋ ਜਾਂਦਾ ਹੈ, ਅਤੇ ਉਹ ਚੇਂਜ ਇਨ ਮੋਮੈਂਟਮ ਦੈਟ ਇਜ਼ ਇਕੁਅਲਸ ਟੂ P2 - P1/dt। ਨਾਓ ਅਕੋਰਡਿੰਗ ਟੂ ਨਿਊਟਨ ਸੈਕਿੰਡ ਲਾ, ਜਿਹੜਾ ਅਸੀਂ ਫੋਰਸ ਅਪਲਾਈ ਕੀਤਾ F ਦੈਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਰੇਟ ਆਫ ਚੇਂਜ ਆਫ ਮੋਮੈਂਟਮ। ਉਹ ਕਿਹਦੇ ਪ੍ਰਪੋਰਸ਼ਨਲ ਹੈ? ਰੇਟ ਆਫ ਚੇਂਜ ਆਫ ਮੋਮੈਂਟਮ ਦੇ ਪ੍ਰਪੋਰਸ਼ਨਲ ਹੈ, ਦੈਟ ਇਜ਼ dp/dt ਦੇ ਪ੍ਰਪੋਰਸ਼ਨਲ ਹੈ। ਸੋ F ਇਜ਼ ਇਕੁਅਲਸ ਟੂ ਅਸੀਂ K ਲੈ ਲਿਆ, K ਇਜ਼ ਦਾ ਪ੍ਰਪੋਰਸ਼ਨੈਲਿਟੀ ਕਾਂਸਟੈਂਟ, ਜਿੰਨਾ ਮੋਮੈਂਟਮ ਜ਼ਿਆਦਾ ਚੇਂਜ ਹੋਏਗਾ ਉਨਾ ਫੋਰਸ ਜ਼ਿਆਦਾ ਲੱਗੇਗਾ। ਕਲੀਅਰ? ਮਤਲਬ ਜਿੰਨਾ ਚੇਂਜ ਇਨ ਦਾ ਮੋਮੈਂਟਮ ਜ਼ਿਆਦਾ, ਜਿੰਨਾ ਤੁਸੀਂ ਜ਼ਿਆਦਾ ਫੋਰਸ ਦੇ ਨਾਲ ਉਸ ਬੋਡੀ ਨੂੰ ਧੱਕੋਗੇ, ਪੁਸ਼ ਕਰੋਗੇ, ਓਨੀ ਉਹਦੇ 'ਤੇ ਜ਼ਿਆਦਾ ਵੈਲੋਸਿਟੀ, ਓਨੀ ਉਹਦੀ ਵੈਲੋਸਿਟੀ ਵਧੇਗੀ। ਜਿੰਨਾ ਤੁਸੀਂ ਜ਼ਿਆਦਾ ਫੋਰਸ ਲਗਾਇਆ ਓਨੀ ਵੈਲੋਸਿਟੀ ਜ਼ਿਆਦਾ ਹੋ ਗਈ। ਜੇ ਤੁਸੀਂ ਘੱਟ ਫੋਰਸ ਨਾਲ, ਜਿਵੇਂ ਇਹ ਬੋਡੀ ਆ, ਆਈ ਹੈਵ ਦਿਸ ਬੋਡੀ, ਨਾ ਮੈਂ ਘੱਟ ਫੋਰਸ ਲਗਾਵਾਂਗੀ ਇਹ ਬੋਡੀ ਘੱਟ ਵੈਲੋਸਿਟੀ ਨਾਲ ਮੂਵ ਕਰੇਗੀ, ਮੈਂ ਜ਼ਿਆਦਾ ਫੋਰਸ ਲਗਾਵਾਂਗੀ ਇਹ ਬੋਡੀ ਜ਼ਿਆਦਾ ਵੈਲੋਸਿਟੀ ਨਾਲ ਮੂਵ ਕਰੇਗੀ। ਸੋ ਓਨਾ ਹੀ ਚੇਂਜ ਇਨ, ਜਿੰਨੀ ਵੈਲੋਸਿਟੀ ਜ਼ਿਆਦਾ ਵਧੇਗੀ ਇਟ ਮੀਨਸ ਚੇਂਜ ਇਨ ਮੋਮੈਂਟਮ ਓਨਾ ਹੀ ਜ਼ਿਆਦਾ ਹੋਏਗਾ। ਸੋ F ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਰੇਟ ਆਫ ਚੇਂਜ ਇਨ ਮੋਮੈਂਟਮ, K dp/dt ਆ ਗਿਆ। ਨਾਓ ਦਿਸ dp/dt ਕੀ ਹੈ? dp ਕੀ ਹੈ? ਦਿਸ ਇਜ਼ P2 - P1, ਅਤੇ ਇਹ dt ਕੀ ਹੈ? ਦਿਸ ਇਜ਼ t - 0, ਚੇਂਜ ਆ ਗਿਆ। ਸੋ F K ਨੂੰ ਅਸੀਂ ਲੈ ਲੈਂਦੇ ਹਾਂ 1, K ਇਜ਼ ਦਾ ਕਾਂਸਟੈਂਟ ਆਫ ਪ੍ਰਪੋਰਸ਼ਨੈਲਿਟੀ।